ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਵਿਗਿਆਨ ਕੀ ਹੈ। ਅਸੀਂ ਜੋ ਵੀ ਚਰਚਾ ਕਰਦੇ ਹਾਂ ਉਹ ਸਾਹਿਤ ਨੂੰ ਕੇਂਦਰ ਵਿੱਚ ਰੱਖ ਕੇ ਕਰਦੇ ਹਾਂ। ਅਕਸਰ ਹੀ ਗੱਲ ਕੀਤੀ ਜਾਂਦੀ ਹੈ ਕਿ ਇਹ ਜਿਹੜਾ ਸਾਹਿਤ ਹੈ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਇਸ ਵਿਸ਼ੇਸ਼ ਲੇਖਕ ਦੀ ਸੋਚ ਹੈ ਜਿਹੜੀ ਉਹ ਵਿਗਿਆਨਕ ਹੈ। ਬੁਨਿਆਦੀ ਤੌਰ ਤੇ ਸਾਹਿਤ ਦੇ ਵਿੱਚ ਵਿਗਿਆਨ ਨੂੰ ਕਿਵੇਂ ਸਮਝਿਆ ਜਾਂਦਾ ਹੈ, ਵਿਗਿਆਨ ਦਾ ਅਰਥ ਕੀ ਹੈ, ਵਿਗਿਆਨਕ ਸੋਚ ਤੋਂ ਕੀ ਭਾਵ ਹੈ। ਜਦੋਂ ਅਸੀਂ ਕਿਸੇ ਵਰਤਾਰੇ ਨੂੰ ਵਿਗਿਆਨਕ ਕਹਿੰਦੇ ਹਾਂ ਤਾਂ ਉਸ ਤੋਂ ਸਾਡੀ ਕੀ ਉਮੀਦ ਹੁੰਦੀ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਅਤੇ ਜਾਣਨ ਦੀ ਲੋੜ ਹੈ। ਜਦੋਂ ਅਸੀਂ ਬਾਹਰੀ ਵਰਤਾਰਿਆਂ ਨੂੰ ਜਾਣਦੇ ਹਾਂ, ਬਾਹਰੀ ਵਰਤਾਰਿਆਂ ਨਾਲ ਸਾਡੀ ਪਹਿਚਾਣ ਹੁੰਦੀ ਹੈ ਤਾਂ ਉਸ ਨੂੰ ਅਸੀਂ ਆਮ ਭਾਸ਼ਾ ਵਿੱਚ ਗਿਆਨ ਕਹਿੰਦੇ ਹਾਂ, ਜਿਸ ਰਾਹੀਂ ਅਸੀਂ ਸਾਰੇ ਵਰਤਾਰਿਆਂ ਨੂੰ ਦਰਜੇਬੰਦੀ ਵਿੱਚ ਰੱਖਦੇ ਹਾਂ, ਉਹਨਾਂ ਨੂੰ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਗਿਆਨ ਹੈ ਜਿਹੜਾ ਉਹ ਵਿਗਿਆਨ ਕਦੋਂ ਬਣਦਾ ਹੈ? ਜੇ ਅਸੀਂ ਇੱਕ ਕੋਟੀ ਜਾਂ ਲੜੀ ਦੇ ਵਿੱਚ ਰੱਖ ਕੇ ਦੇਖੀਏ ਤਾਂ ਗਿਆਨ ਦੇ ਗਿਆਨ ਨੂੰ ਵਿਗਿਆਨ ਆਖਿਆ ਜਾਂਦਾ ਹੈ। ਗਿਆਨ ਦੇ ਗਿਆਨ ਨੂੰ ਵਿਗਿਆਨ ਕਿਵੇਂ ਆਖਿਆ ਜਾਂਦਾ ਹੈ? ਗਿਆਨ ਸਾਨੂੰ ਸਧਾਰਨ ਤੇ ਸਤਹੀ ਪੱਧਰ ਤੇ ਚੀਜ਼ਾਂ ਬਾਰੇ ਜਾਣਕਾਰੀ ਦਿੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬਿਜਲੀ ਦਾ ਬਲਬ ਜਗ ਰਿਹਾ ਹੈ, ਹਵਾ ਚੱਲ ਰਹੀ ਹੈ, ਦਰਖਤ ਉਗਰਿਆ ਹੋਇਆ ਹੈ, ਉਸ ਦੇ ਪੱਤਿਆਂ ਦਾ ਰੰਗ ਹਰਾ ਹੈ। ਇਹ ਸਾਰਾ ਕੀ ਹੈ? ਇਹ ਸਾਡਾ ਆਮ ਆਲੇ ਦੁਆਲੇ ਦੀਆਂ ਵਸਤੂਆਂ ਬਾਰੇ ਸਹਿਜ ਗਿਆਨ ਹੈ। ਜਾਂ ਇਸ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਈਏ, ਕੋਈ ਕਾਰ ਜਾਂ ਬੱਸ ਚੱਲ ਰਹੀ ਹੈ, ਜਾਂ ਅਸੀਂ ਆਪਣਾ ਮਕਾਨ ਬਣਾ ਰਹੇ ਹਾਂ, ਉਸ ਤੇ ਇੱਟਾਂ ਗਾਰਾ ਸੀਮੈਂਟ ਵਰਤ ਰਹੇ ਹਾਂ। ਇਹ ਸਾਰਾ ਸਾਡਾ ਸਹਿਜ ਗਿਆਨ ਹੈ ਕਿਸੇ ਵਰਤਾਰੇ ਨੂੰ ਸਮਝਣ ਵਾਸਤੇ। ਪਰ ਵਿਗਿਆਨ ਬਾਰੇ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਵਿਗਿਆਨ, ਅਸੀਂ ਗਿਆਨ ਦੇ ਗਿਆਨ ਨੂੰ ਵਿਗਿਆਨ ਆਖਦੇ ਹਾਂ। ਜੇ ਉਦਾਹਰਨ ਦੇ ਤੌਰ ਤੇ ਲਿਆ ਜਾਵੇ ਤਾਂ ਇੱਕ ਉੱਪਰ ਪੱਖਾ ਚੱਲਦਾ ਹੈ, ਕਿਸੇ ਵਿਅਕਤੀ ਨੂੰ ਪੁੱਛਿਆ ਜਾਵੇ ਕਿ ਇਹ ਕਿਵੇਂ ਚੱਲਦਾ ਹੈ ਤਾਂ ਉਸ ਵਿਅਕਤੀ ਕੋਲੇ ਗਿਆਨ ਹੈ ਕਿ ਉਹ ਇੱਕ ਸਵਿਚ ਨੂੰ ਔਨ ਕਰੇਗਾ, ਉਸ ਦੇ ਨਾਲ ਜਿਹੜਾ ਪੱਖਾ ਹੈ ਉਹ ਚੱਲਣ ਲੱਗ ਪਏਗਾ। ਇਹ ਇੱਕ ਪੱਖੇ ਨੂੰ ਚਲਾਉਣ ਦਾ ਸਹਿਜ ਗਿਆਨ ਹੈ। ਪਰ ਇਹਦਾ ਵਿਗਿਆਨ ਕੀ ਹੈ ਕਿ ਜਦੋਂ ਇੱਕ ਵਿਅਕਤੀ ਸਵਿਚ ਔਨ ਕਰਦਾ ਹੈ ਤਾਂ ਉਹਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਕਿਸਮ ਦੇ ਦੋ ਕਰੰਟ ਹੈ ਜਿਹੜੇ ਉਹ ਕਿਵੇਂ ਮੋਟਰ ਦੇ ਵਿੱਚ ਜਾਂਦੇ ਹੈ। ਜਿਹੜੀ ਪੱਖੇ ਦੀ ਮੋਟਰ ਹੈ ਉਸ ਦੇ ਵਿੱਚ ਮੈਗਨੈਟਿਕ ਜ਼ੋਨ ਕਿਵੇਂ ਪੈਦਾ ਹੁੰਦਾ ਹੈ, ਉਹਦੀ ਕਿਨੈਟਿਕ ਐਨਰਜੀ ਕਿਵੇਂ ਵਰਕ ਕਰਦੀ ਹੈ, ਰੋਟੇਸ਼ਨ ਕਿਵੇਂ ਹੁੰਦੀ ਹੈ, ਜਿਹੜੇ ਉਹਦੇ ਪੱਖੇ ਦੇ ਫਰ ਹੈ ਉਹਨਾਂ ਨੂੰ ਐਰੋਡਾਇਨਾਮਿਕ ਕਿਵੇਂ ਬਣਾਇਆ ਜਾਂਦਾ ਹੈ ਜਿਹਦੇ ਨਾਲ ਉਹ ਹਵਾ ਨੂੰ ਕੱਟ ਕੇ ਨੀਚੇ ਨੂੰ ਸਿੱਟਣ। ਇਹ ਸਾਰਾ ਕੁਝ ਕੀ ਹੈ ਕਿ ਇੱਕ ਸਹਿਜ ਗਿਆਨ ਦੇ ਅੰਦਰ ਪਿਆ ਹੋਇਆ ਵਿਗਿਆਨ ਹੈ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਸੜਕ ਦੇ ਉੱਪਰ ਕਾਰ ਜਾਂ ਬੱਸ ਚੱਲ ਰਹੀ ਹੈ, ਉਹ ਕਿਵੇਂ ਚੱਲਦੀ ਹੈ, ਡਰਾਈਵਰ ਉਸ ਨੂੰ ਚਲਾਉਂਦਾ ਹੈ, ਇਹ ਇੱਕ ਸਹਿਜ ਗਿਆਨ ਹੈ। ਉਸ ਨੂੰ ਚੱਲਣ ਵਾਸਤੇ ਕਿਹੜੀ ਫੋਰਸ ਕਿੱਥੇ ਕੰਮ ਕਰਦੀ ਹੈ, ਉਸ ਦਾ ਇੰਜਨ ਕਿਵੇਂ ਵਰਕ ਕਰਦਾ ਹੈ, ਇੰਜਨ ਦੇ ਵਿੱਚ ਜਿਹੜਾ ਫਿਊਲ ਪਾਇਆ ਜਾਂਦਾ ਹੈ ਉਹ ਆਪਣੇ ਬਲਾਸਟ ਨਾਲ ਕਿਸ ਮਕੈਨੀਕਲ ਸਿਸਟਮ, ਇਲੈਕਟ੍ਰੀਕਲ ਸਿਸਟਮ ਦੇ ਨਾਲ ਐਨਰਜੀ ਤੇ ਜਨਰੇਸ਼ਨ ਪੈਦਾ ਕਰਦਾ ਹੈ। ਉਹ ਸਾਰਾ ਕੁਝ ਜਿਹੜਾ ਹੈ ਉਹ ਉਸ ਦੇ ਪਿੱਛੇ ਪਿਆ ਵਿਗਿਆਨ ਹੈ। ਤਾਂ ਸਹਿਜ ਅਰਥਾਂ ਵਿੱਚ ਅਸੀਂ ਜਦੋਂ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਉਹ ਸਾਰੇ ਵਰਤਾਰੇ ਜਿਹੜੇ ਅਸੀਂ ਆਮ ਤੌਰ ਤੇ ਦੇਖਦੇ ਹਾਂ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਹਿਜ ਤੌਰ ਤੇ ਸਮਝ ਜਾਂਦੇ ਹਾਂ ਕਿ ਇਵੇਂ ਕੰਮ ਕਰਦਾ ਹੈ, ਉਸ ਦੀ ਤਹਿ ਦੇ ਪਿੱਛੇ ਪਏ ਵਿਚਾਰਾਂ ਨੂੰ ਅਸੀਂ ਵਿਗਿਆਨ ਆਖਦੇ ਹਾਂ। ਤੇ ਵਿਗਿਆਨ ਦੇ ਵਿੱਚ ਇੱਕ ਪ੍ਰਮੁੱਖ ਚੀਜ਼ ਇਹ ਹੁੰਦੀ ਹੈ ਕਿ ਇਹ ਕੁਝ ਨਿਸ਼ਚਿਤ ਤੱਤਾਂ ਦੇ ਉੱਪਰ ਆਧਾਰਿਤ ਹੁੰਦਾ ਹੈ। ਜਿਹੜੇ ਉਹ ਤੱਤ ਹੈ ਉਹ ਸਾਨੂੰ ਸਾਰੇ ਵਿਗਿਆਨ ਦੇ ਆਲੇ ਦੁਆਲੇ ਦੀ, ਵਿਗਿਆਨ ਦੀ ਬਣਤਰ ਦੀ, ਵਿਗਿਆਨਕ ਸਮਝ ਦੀ ਜਾਣਕਾਰੀ ਦਿੰਦੇ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਬੁਨਿਆਦੀ ਤੌਰ ਤੇ ਤੱਤ ਅਸੀਂ ਕਹਿਣਾ ਕਿਸ ਨੂੰ ਹੈ? ਕਿਸੇ ਵਸਤੂ ਜਾਂ ਵਰਤਾਰੇ ਨੂੰ ਬਣਨ ਵਾਸਤੇ ਜਿਹੜੀ ਬੁਨਿਆਦੀ ਸਮੱਗਰੀ ਬਣਦੀ ਹੈ, ਬੁਨਿਆਦੀ ਸਮੱਗਰੀ ਲਈ ਜਾਂਦੀ ਹੈ, ਉਸ ਨੂੰ ਅਸੀਂ ਤੱਤ ਆਖਦੇ ਹਾਂ। ਉਦਾਹਰਨ ਵਜੋਂ ਪਾਣੀ ਹੈ ਜਿਹੜਾ ਉਹ ਦੋ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਹੈ, H2O। ਪਾਣੀ ਤਰਲ ਹੁੰਦਾ ਹੈ, ਨੀਚੇ ਨੂੰ ਵਹਿੰਦਾ ਹੈ, ਪੀ ਕੇ ਪਿਆਸ ਬੁਝਾਈ ਜਾ ਸਕਦੀ ਹੈ, ਇਹ ਸਾਡਾ ਗਿਆਨ ਹੈ। ਪਰ ਜਦੋਂ ਅਸੀਂ ਪਾਣੀ ਦੇ ਤੱਤਾਂ ਦਾ ਅਧਿਐਨ ਕਰਦੇ ਹਾਂ ਕਿ ਇਸ 'ਚ ਹਾਈਡਰੋਜਨ ਕਿੰਨੀ ਮਾਤਰਾ ਦੇ ਵਿੱਚ ਹੈ, ਆਕਸੀਜਨ ਕਿੰਨੀ ਮਾਤਰਾ ਦੇ ਵਿੱਚ ਹੈ, ਕਿਸ ਪ੍ਰਕਾਰ ਦੋਨਾਂ ਨੂੰ ਮਿਲ ਕੇ ਪਾਣੀ ਬਣਦਾ ਹੈ, ਇਹ ਪਾਣੀ ਨੂੰ ਜਾਣਨ ਦਾ ਵਿਗਿਆਨ ਹੈ। ਇਹ ਪਾਣੀ ਦਾ ਵਿਗਿਆਨ ਅਸੀਂ ਇਸ ਨੂੰ ਆਖ ਸਕਦੇ ਹਾਂ। ਇਸੇ ਤਰੀਕੇ ਨਾਲ ਜੇ ਅਸੀਂ, ਕਿਉਂਕਿ ਅਸੀਂ ਸਾਰੀਆਂ ਗੱਲਾਂ ਸਾਹਿਤ ਦੇ, ਕਲਾ ਦੇ ਪ੍ਰਸੰਗ ਦੇ ਵਿੱਚ ਕਰਦੇ ਹਾਂ, ਤੇ ਜਦੋਂ ਅਸੀਂ ਸਾਹਿਤ ਦੇ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਵਿਗਿਆਨ ਕਿੱਥੇ ਹੁੰਦਾ ਹੈ? ਸਾਹਿਤ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਜਾਂ ਸਾਹਿਤ ਦਾ ਵਿਗਿਆਨਕ ਅਧਿਐਨ, ਅਕਸਰ ਇਸ ਕਿਸਮ ਦੀਆਂ ਗੱਲਾਂ ਵਿਦਿਆਰਥੀਆਂ ਤੋਂ ਸੁਣਨ ਨੂੰ ਮਿਲਦੀਆਂ ਜਾਂ ਵਿਦਿਆਰਥੀਆਂ ਨੂੰ ਪੁੱਛੀਆਂ ਜਾਂਦੀਆਂ। ਤਾਂ ਵਿਗਿਆਨਕ ਅਧਿਐਨ ਕਿਵੇਂ ਹੁੰਦਾ ਹੈ?
ਤੁਸੀਂ ਹਰ ਰੋਜ਼ ਆਪਣੇ ਮੋਬਾਈਲ ਦੇ ਉੱਪਰ, ਆਪਣੇ ਟੈਲੀਵਿਜ਼ਨ ਦੇ ਉੱਪਰ ਗੀਤ ਸੁਣਦੇ ਰਹਿੰਦੇ ਹੋਵੋਗੇ, ਸੰਗੀਤ ਸੁਣਦੇ ਹੋ। ਕਿਸੇ ਗੀਤ ਜਾਂ ਸੰਗੀਤ ਨੂੰ ਸੁਣ ਲੈਣਾ, ਉਸ ਦਾ ਆਨੰਦ ਲੈ ਲੈਣਾ, ਉਸ ਦੇ ਬੋਲਾਂ ਨੂੰ ਸਮਝ ਲੈਣਾ, ਇਹ ਇੱਕ ਉਸ ਕਲਾ ਬਾਰੇ, ਉਸ ਗਾਇਨ ਬਾਰੇ, ਉਸ ਸਾਹਿਤ ਦੇ ਰੂਪ ਬਾਰੇ ਸਾਡਾ ਸਹਿਜ ਗਿਆਨ ਹੈ। ਉਹਦਾ ਵਿਗਿਆਨ ਕਿਵੇਂ ਬਣਦਾ ਹੈ? ਫਰਜ਼ ਕਰ ਲਓ ਤੁਸੀਂ ਕਿਸੇ ਦਾ ਗੀਤ ਸੁਣਿਆ, ਜਦੋਂ ਉਹ ਸੁਣੇ ਜਾਣ ਵਾਲੇ ਗੀਤ ਦੇ ਵਿੱਚ ਤੁਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਇਹਦੇ ਵਿੱਚ ਛੰਦ ਕਿਹੜਾ ਹੈ, ਇਸ ਦੇ ਵਿੱਚ ਬਹਿਰ ਕਿਹੜੀ ਹੈ, ਇਸ ਦੇ ਵਿੱਚ ਕਿਸ ਰਾਗ ਦੀ ਵਰਤੋਂ ਕੀਤੀ ਗਈ ਹੈ, ਇਹਦੇ ਵਿੱਚ ਗਣ ਕਿਸ ਰੂਪ ਦੇ ਵਿੱਚ ਆਇਆ ਹੈ। ਜੇ ਗਜ਼ਲ ਹੈ ਤਾਂ ਇਹਦੇ ਵਿੱਚ ਮਕਤਾ ਅਤੇ ਮਤਲਾ ਕੀ ਹੈ, ਗਜ਼ਲ ਹੈ ਜਿਹੜੀ ਛੋਟੀ ਬਹਿਰ ਦੀ ਹੈ, ਬੜੀ ਬਹਿਰ ਦੀ ਹੈ, ਵਿਸ਼ਰਾਮ ਕਿੰਨੀਆਂ ਮਾਤਰਾਵਾਂ ਤੇ ਆਉਂਦਾ ਜਿਹਦੇ ਨਾਲ ਛੰਦ ਦੀ ਬਣਤਰ ਬਣਦੀ ਹੈ। ਇਹ ਸਾਰਾ ਕੁਝ ਕੀ ਹੈ ਜਿਹਨੂੰ ਸਾਡੀ ਸਹਿਜ ਰੂਪ ਦੇ ਵਿੱਚ ਸਮਝਣ ਦੀ, ਜਾਣਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਕਿਸੇ ਵਿਸ਼ੇਸ਼ ਕਾਵ ਰਚਨਾ ਨੂੰ ਸਮਝਣ ਦੇ ਪਿੱਛੇ ਪਿਆ ਹੋਇਆ ਵਿਗਿਆਨ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਵਰਤਾਰਿਆਂ ਨੂੰ ਅਸੀਂ ਸਹਿਜ ਰੂਪ ਦੇ ਵਿੱਚ ਜਾਣ ਲੈਂਦੇ ਆ, ਉਹਨਾਂ ਦੇ ਪਿੱਛੇ ਕੰਮ ਕਰਦੀ ਜਿਹੜੀ ਇੱਕ ਵਿਸ਼ੇਸ਼ ਕਿਸਮ ਦੀ ਤੱਤਮਈ ਭੂਮਿਕਾ ਹੁੰਦੀ ਹੈ, ਜਿਨ੍ਹਾਂ ਤੱਤਾਂ ਦੇ ਰਲਾਓ ਨਾਲ ਉਹ ਵਰਤਾਰਾ ਹੋਣ ਦੇ ਵਿੱਚ ਆਉਂਦਾ ਹੈ, ਉਸ ਨੂੰ ਅਸੀਂ ਉਸ ਰਚਨਾ ਦਾ ਵਿਗਿਆਨ ਆਖਦੇ ਹਾਂ। ਤੇ ਜਦੋਂ ਵੀ ਕੋਈ ਵਿਅਕਤੀ ਕਿਸੇ ਰਚਨਾ ਬਾਰੇ ਅਸੀਂ ਕਹਿੰਦੇ ਹਾਂ ਕਿ ਉਸ ਦੀ ਇਹ ਪਰਖ ਪੜਚੋਲ ਜਾਂ ਆਲੋਚਨਾ ਵਿਗਿਆਨਕ ਦ੍ਰਿਸ਼ਟੀ ਤੋਂ ਕਰ ਰਿਹਾ ਹੈ, ਤਾਂ ਉਸ ਦੇ ਵਿੱਚ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਉਹ ਵਿਅਕਤੀ ਜੋ ਰਚਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਇਹ ਜਾਣਨਾ ਚਾਹੁੰਦਾ ਹੈ ਕਿ ਇਸ ਰਚਨਾ ਦੇ ਵਿੱਚ ਕਿਸ ਕਿਸਮ ਦੀਆਂ ਉਹ ਸਿਧਾਂਤਕ ਅਤੇ ਵਿਗਿਆਨਕ ਬਾਰੀਕੀਆਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨਾਲ ਜਿਹੜਾ ਸਹਿਜ ਗਿਆਨ ਹੈ ਉਹ ਬਹੁਤ ਹੀ ਵਿਸਤ੍ਰਿਤ ਰੂਪ ਦੇ ਵਿੱਚ ਉਸ ਰਚਨਾ ਦਾ ਅੰਗ ਬਣਿਆ ਹੋਇਆ। ਇਸ ਲਈ ਭਾਵੇਂ ਅਸੀਂ ਗਲਪ ਸਾਹਿਤ ਦੀ ਗੱਲ ਕਰੀਏ, ਨਾਟਕ ਸਾਹਿਤ ਦੀ ਗੱਲ ਕਰੀਏ, ਕਾਵ ਸਾਹਿਤ ਦੀ ਗੱਲ ਕਰੀਏ, ਵਾਰਤਕ ਸਾਹਿਤ ਦੀ ਗੱਲ ਕਰੀਏ, ਹਰ ਸਾਹਿਤ ਦਾ ਇੱਕ ਆਪਣੀ ਆਪਣੀ ਕਿਸਮ ਦਾ ਵਿਗਿਆਨ ਹੁੰਦਾ ਹੈ। ਵਿਗਿਆਨ ਉਹ ਹੁੰਦਾ ਹੈ ਜਿਹੜਾ ਇੱਕ ਸਹਿਜ ਪਾਠ ਦੇ ਪਿੱਛੇ ਪਏ ਰਚਨਾ ਦੇ ਉਹਨਾਂ ਸੰਦਰਭਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਨੂੰ ਸਹਿਜ ਰੂਪ ਦੇ ਵਿੱਚ ਕੋਈ ਵੀ ਵਿਅਕਤੀ ਸਿੱਧੇ ਤੌਰ ਤੇ ਦੇਖ ਨਹੀਂ ਸਕਦਾ। ਕਿਉਂਕਿ ਜੇ ਇਸ ਤਰੀਕੇ ਨਾਲ ਦੇਖ ਸਕਦਾ ਹੁੰਦਾ ਤਾਂ ਸਾਹਿਤ ਦਾ ਪਾਠ ਸਹਿਜ ਰੂਪ ਦੇ ਵਿੱਚ ਜੋ ਵਿਅਕਤੀ ਵੀ ਉਸ ਰਚਨਾ ਨੂੰ ਪੜ੍ਹਦਾ ਹੈ, ਉਸ ਦੀ ਪੜ੍ਹ ਕੇ ਉਸ ਰਚਨਾ ਬਾਰੇ ਦਿੱਤੀ ਹੋਈ ਰਾਏ ਅੰਤਮ ਹੁੰਦੀ। ਪਰ ਜਦੋਂ ਅਸੀਂ ਕਿਸੇ ਰਚਨਾ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਪਰਖ ਪੜਚੋਲ ਕਰਦੇ ਹਾਂ ਤਾਂ ਉੱਥੇ ਅਸੀਂ ਇਹ ਦੇਖਦੇ ਹਾਂ ਕਿ ਇਸ ਰਚਨਾ ਦੇ ਪ੍ਰਮੁੱਖ ਤੱਤ ਕਿਹੜੇ-ਕਿਹੜੇ ਹੈ। ਉਦਾਹਰਨ ਵਜੋਂ ਜਿਵੇਂ ਅਸੀਂ ਕਵਿਤਾ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਕਵਿਤਾ ਦੇ ਵਿਗਿਆਨ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਕਵਿਤਾ ਦੇ ਵਿੱਚ ਵਰਤੀ ਗਈ ਭਾਸ਼ਾ ਕਿਸ ਕਿਸਮ ਦੀ ਹੈ। ਕੀ ਉਹ ਭਾਸ਼ਾ ਲਹਿੰਦੀ ਹੈ, ਪੋਠੋਹਾਰੀ ਹੈ, ਮਲਵਈ ਹੈ, ਦੁਆਬੀ ਹੈ, ਪੁਆਧੀ ਹੈ। ਸ਼ਬਦਾਂ ਦੀ ਲੇਖਕ ਨੇ ਚੋਣ ਕਿਸ ਪ੍ਰਕਾਰ ਕੀਤੀ ਹੋਈ ਹੈ, ਉਹਦੀ ਵਾਕ ਬਣਤਰ ਕਿਸ ਕਿਸਮ ਦੀ ਹੈ, ਉਸ ਵਿਅਕਤੀ ਨੇ ਅਲੰਕਾਰ ਵਿਧਾਨ ਆਪਣੀ ਕਵਿਤਾ ਦੇ ਵਿੱਚ ਕਿਸ ਕਿਸਮ ਦਾ ਵਰਤਿਆ ਹੈ, ਉਸ ਵਿਅਕਤੀ ਦੇ ਆਪਣੀ ਰਚਨਾ ਦੇ ਵਿੱਚ ਜਿਹੜੇ ਬਿੰਬ ਅਤੇ ਪ੍ਰਤੀਕ ਵਰਤੇ ਆ ਉਹ ਕਿਸ ਕਿਸਮ ਦੇ ਹੈ, ਉਸਨੇ ਕਿਸ ਰਾਗ ਦੇ ਵਿੱਚ ਅਤੇ ਛੰਦ ਜਾਂ ਬਹਿਰ ਦੇ ਵਿੱਚ ਆਪਣੀ ਕਵਿਤਾ ਦੀ ਸਿਰਜਣਾ ਕੀਤੀ ਹੈ। ਇਸ ਕਰਕੇ ਜਦੋਂ ਕੋਈ ਵਿਅਕਤੀ ਕਿਸੇ ਦੀ ਲਿਖੀ ਹੋਈ ਕਵਿਤਾ ਨੂੰ ਗਾਉਂਦਾ ਹੈ, ਦੂਸਰਾ ਵਿਅਕਤੀ ਉਸ ਨੂੰ ਸੰਗੀਤ ਦਿੰਦਾ ਹੈ, ਤਾਂ ਲਿਖੇ ਹੋਏ ਸ਼ਬਦ, ਸੰਗੀਤ ਦੇਣ ਵਾਲੇ ਵਿਅਕਤੀ ਅਤੇ ਗਾਇਕ, ਤਿੰਨਾਂ ਵਿਅਕਤੀਆਂ ਦੀ ਜਦੋਂ ਇਕਸਾਰਤਾ ਹੋ ਜਾਂਦੀ ਹੈ, ਜਿਹਨੂੰ ਅਸੀਂ ਜੁਗਲਬੰਦੀ ਕਹਿੰਦੇ ਆ, ਤਾਂ ਉਹ ਸਹੀ ਤਰੀਕੇ ਨਾਲ ਹੋਈ ਹੈ ਕਿ ਨਹੀਂ। ਕੀ ਵਿਅਕਤੀ ਹੈ ਜਿਹੜਾ ਗਾਇਕ ਹੈ ਉਹ ਸੁਰ ਤੋਂ ਬਾਹਰ ਤਾਂ ਨਹੀਂ ਗਾ ਰਿਹਾ, ਕੀ ਸੁਰ ਹੈ ਜਿਹੜੀ ਗਾਇਕ ਦੀ ਆਵਾਜ਼ ਦੇ ਨਾਲ ਮੇਲ ਖਾ ਰਹੀ ਹੈ, ਕੀ ਜੋ ਸ਼ਬਦ ਹੈ ਸ਼ਬਦਾਂ ਦਾ ਸੁਰ ਤਾਲ ਤੇ ਗਾਇਕ ਦੇ ਨਾਲ ਮੇਲ ਬਣ ਰਿਹਾ ਹੈ। ਜਿਹੜਾ ਇਹਨਾਂ ਸਾਰੇ ਵਰਤਾਰਿਆਂ ਨੂੰ ਜਾਣਨ ਦੀ ਪ੍ਰਕਿਰਿਆ ਹੈ ਸਾਹਿਤ ਦੇ ਵਿੱਚ, ਉਸ ਪ੍ਰਕਿਰਿਆ ਨੂੰ ਅਸੀਂ ਸਾਹਿਤ ਦਾ ਵਿਗਿਆਨ ਆਖਦੇ ਹਾਂ। ਸਾਹਿਤ ਦਾ ਵਿਗਿਆਨ ਵੀ ਉਸੇ ਤਰੀਕੇ ਨਾਲ ਰਚਨਾਵਾਂ ਦੀ ਪਰਖ ਪੜਚੋਲ ਕਰਦਾ ਹੈ, ਜਿਸ ਤਰੀਕੇ ਨਾਲ ਅਸੀਂ ਵਿਗਿਆਨ ਤੋਂ ਤਵੱਕੋ ਕਰਦੇ ਹਾਂ ਕਿ ਵਿਗਿਆਨ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਚੰਗਾ ਕਿਹਾ ਜਾਂਦਾ ਹੈ, ਪੁਖਤਾ ਕਿਹਾ ਜਾਂਦਾ ਹੈ, ਠੀਕ ਕਿਹਾ ਜਾਂਦਾ ਹੈ, ਉਸ ਨੂੰ ਉਹਨਾਂ ਸਾਰੇ ਤੱਤਾਂ ਨੂੰ ਤੱਥ ਆਧਾਰਿਤ ਪਰਖਿਆ ਜਾਂਦਾ ਹੈ, ਤਾਂ ਉਸ ਨੂੰ ਅਸੀਂ ਰਚਨਾ ਦੀ ਆਲੋਚਨਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਆਖ ਸਕਦੇ ਹਾਂ। ਉਦਾਹਰਨ ਵਜੋਂ ਜੇ ਕੋਈ ਵਿਅਕਤੀ ਕਹਿੰਦਾ ਹੈ ਕਿ ਇਸ ਰਚਨਾ ਦੇ ਵਿੱਚ, ਇਸ ਕਾਵ ਰਚਨਾ ਦੇ ਵਿੱਚ ਦੋਹਰਾ ਸੋਰਠਾ ਜਾਂ ਬੈਂਤ ਛੰਦ ਵਰਤੇ ਹੋਏ ਹੈ। ਬੈਂਤ ਛੰਦ ਸਿਧਾਂਤਕ ਤੌਰ ਤੇ ਕੀ ਹੈ, ਉਸ ਦੀਆਂ ਕਿੰਨੀਆਂ ਮਾਤਰਾਵਾਂ ਹੈ, ਲਘੂ ਗੁਰੂ ਕਿੱਥੇ ਆਉਂਦਾ ਹੈ, ਕਿੰਨੇ ਸ਼ਬਦਾਂ ਤੇ ਵਿਸ਼ਰਾਮ ਆਉਂਦਾ ਹੈ, ਇਹ ਸਾਰੇ ਬੈਂਤ ਛੰਦ ਦਾ ਇੱਕ ਤੱਥਾਤਮਕ ਪਹਿਲੂ ਹੈ। ਜਦੋਂ ਅਸੀਂ ਰਚਨਾ ਦੇ ਤੱਤਾਂ ਨੂੰ ਸਿਧਾਂਤ ਜਾਂ ਵਿਗਿਆਨ ਦੇ ਪਏ ਹੋਏ ਤੱਥਾਂ ਨਾਲ ਮੇਚ ਕੇ ਦੇਖਦੇ ਹਾਂ ਤਾਂ ਇਹ ਇੱਕ ਕਿਸਮ ਦਾ ਲੈਬੋਰਟਰੀ ਜਾਂ ਪ੍ਰਯੋਗਸ਼ਾਲਾ ਵਾਲਾ ਕੰਮ ਹੋ ਜਾਂਦਾ ਹੈ, ਜਿਸ ਦੇ ਵਿੱਚ ਅਸੀਂ ਕਿਸੇ ਰਚਨਾ ਦੇ ਅਸਲ ਸੱਚ ਨੂੰ, ਕਿਸੇ ਰਚਨਾ ਦੀ ਹੋਂਦ ਨੂੰ, ਕਿਸੇ ਰਚਨਾ ਦੇ ਵਿਗਿਆਨ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਨੂੰ ਅਸੀਂ ਸਾਹਿਤ ਦਾ
ਕਿਸੇ ਵੀ ਸਾਹਿਤ ਰਚਨਾ ਦਾ ਵਿਗਿਆਨ ਆਖਦੇ ਹਾਂ। ਹੁਣ ਜਦੋਂ ਵੀ ਕਦੇ ਤੁਹਾਨੂੰ ਕਿਸੇ ਰਚਨਾ ਬਾਰੇ ਉਸ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਪਰਖ ਕਰਨ ਲਈ ਕਿਹਾ ਜਾਂਦਾ ਹੈ, ਜਾਂ ਕਿਸੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿਅਕਤੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਵਿਗਿਆਨਕ ਹੈ, ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਵਿਅਕਤੀ ਬਾਹਰੀ ਵਰਤਾਰਿਆਂ ਨੂੰ, ਰਚਨਾ ਦੇ ਵਿੱਚ ਪੇਸ਼ ਹੋਏ ਵਰਤਾਰਿਆਂ ਨੂੰ ਤੱਤ ਅਤੇ ਤੱਥ ਦੇ ਆਧਾਰ ਤੇ ਪਰਖਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਵੀ ਕਿਸੇ ਰਚਨਾ ਨੂੰ ਤੱਤ ਅਤੇ ਤੱਥ ਦੇ ਆਧਾਰ ਤੇ ਪਰਖਿਆ ਜਾਊਗਾ, ਉਹਨਾਂ ਸਾਰੇ ਗੁਣਾ ਔਗੁਣਾਂ ਨੂੰ ਸਥਾਈ ਰੂਪ ਦੇ ਵਿੱਚ ਦੇਖਿਆ ਜਾਊਗਾ, ਜਿਨ੍ਹਾਂ ਨੂੰ ਇੱਕ ਰਚਨਾਕਾਰ ਆਪਣੇ ਰਚਨਾ ਦੇ ਵਿੱਚ ਸਿਧਾਂਤ ਦੇ ਤੌਰ ਤੇ, ਸ਼ਾਸਤਰ ਦੇ ਤੌਰ ਤੇ ਵਰਤਦਾ ਹੈ। ਤਾਂ ਉਸ ਪਹੁੰਚ ਨੂੰ ਅਸੀਂ ਉਸ ਰਚਨਾ ਬਾਰੇ ਕਿਸੇ ਵੀ ਲੇਖ ਦੀ ਅਪਣਾਈ ਹੋਈ ਵਿਗਿਆਨਕ ਪਹੁੰਚ ਆਖ ਸਕਦੇ ਹਾਂ। ਧੰਨਵਾਦ।